ਹਾਂਜੀ। BA ਭਾਗ ਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਿਬਾਂ। ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ, ਉਸ ਵਿੱਚੋਂ 20ਵਾਂ ਕਵੀ ਹਰਭਜਨ ਹਲਵਾਰਵੀ ਅੱਜ ਆਪਾਂ ਸਾਂਝਾ ਕਰਾਂਗੇ। ਹਰਭਜਨ ਹਲਵਾਰਵੀ ਦੇ ਜੀਵਨ ਬਾਰੇ, ਹਰਭਜਨ ਹਲਵਾਰਵੀ ਦੀ ਕਾਵਿ ਰਚਨਾ ਦੇ ਬਾਰੇ ਤੇ ਹਰਭਜਨ ਹਲਵਾਰਵੀ ਦੀਆਂ ਸਾਡੇ ਸਿਲੇਬਸ ਦੇ ਵਿੱਚੋਂ ਕਵਿਤਾਵਾਂ ਨੇ ਉਹਦੇ ਬਾਰੇ ਆਪਾਂ ਅੱਜ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ। ਹਰਭਜਨ ਹਲਵਾਰਵੀ ਦਾ ਜਿਹੜਾ ਜਨਮ ਹੈ ਉਹ 10 ਮਾਰਚ 1943 ਨੂੰ ਸਰਦਾਰ ਅਰਜਨ ਸਿੰਘ ਦੇ ਘਰ ਹਲਵਾਰੇ 'ਚ ਹੁੰਦਾ। ਇਸੇ ਕਰਕੇ ਉਹ ਹਲਵਾਰੇ ਤੋਂ ਹੀ ਹਲਵਾਰਵੀ ਤਖੱਲਸ ਜਿਹੜਾ ਉਹ ਆਪਣੇ ਆਪ ਨੂੰ ਲਿਖਦਾ। ਪਿੰਡ ਹਲਵਾਰਾ ਜਿਹੜਾ ਹੈ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਤੇ ਉਹਨਾਂ ਦੇ ਘਰ ਵਿਚਲਾ ਜਿਹੜਾ ਮਾਹੌਲ ਆ ਉਹ ਬੜਾ ਧਾਰਮਿਕ ਕਿਸਮ ਦਾ ਸੀਗਾ, ਜਿਹਦੇ ਕਰਕੇ ਉਹਨਾਂ ਦੇ ਜੀਵਨ ਉੱਤੇ ਜਿਹੜਾ ਧਾਰਮਿਕਤਾ ਦਾ ਵੀ ਕਾਫੀ ਪ੍ਰਭਾਵ ਜਿਹੜਾ ਉਹ ਦੇਖਣ ਨੂੰ ਮਿਲਿਆ। ਹਲਵਾਰੇ ਦੇ ਸਰਕਾਰੀ ਸਕੂਲ ਤੋਂ ਹੀ ਉਹਨਾਂ ਨੇ 10ਵੀਂ ਪਾਸ ਕਰ ਲਈ ਅਤੇ ਆਪਣੇ ਅਧਿਆਪਕਾਂ ਦੀ ਪ੍ਰੇਰਣਾ ਨਾਲ ਆਰੀਆ ਕਾਲਜ ਲੁਧਿਆਣੇ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ, BA ਦੀ ਪੜ੍ਹਾਈ ਪੂਰੀ ਕੀਤੀ। 1963 ਤੋਂ ਲੈ ਕੇ 1965 ਤੱਕ ਉਹ ਖਾਲਸਾ ਹਾਇਰ ਸੈਕੰਡਰੀ ਸਕੂਲ ਮਹਿਮਾ ਸਿੰਘ ਵਾਲਾ ਲੁਧਿਆਣਾ ਦੇ ਵਿੱਚ ਬਤੌਰ ਅਧਿਆਪਕ ਕੰਮ ਕਰਦਾ ਰਿਹਾ। ਇੱਥੇ ਰਹਿੰਦੇ ਹੀ ਉਹਨੇ ਮਾਰਕਸਵਾਦੀ ਵਿਚਾਰਾਂ ਵੱਲ ਝੁਕਾਅ ਕੀਤਾ। ਮਾਰਕਸਵਾਦੀ ਵਿਚਾਰਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਿਆਰੇ ਵਿਦਿਆਰਥੀਓ ਕਿ ਕਾਰਲ ਮਾਰਕਸ ਨਾਂ ਦਾ ਇੱਕ ਫਿਲਾਸਫਰ ਹੋਇਆ। ਉਸ ਦੀ ਜਿਹੜੀ ਫਿਲਾਸਫੀ ਹੈ ਉਸਦੀ ਜਿਹੜੀ ਵਿਚਾਰਧਾਰਾ ਹੈ ਉਸਨੂੰ ਅਪਣਾਉਣ ਵਾਲੀ ਜਿਹੜੀ ਲੋਕ ਹੈ ਉਹਨਾਂ ਨੂੰ ਮਾਰਕਸਵਾਦੀ ਚਿੰਤਕ ਦੇ ਤੌਰ ਤੇ ਜਾਣਿਆ ਜਾਂਦਾ। ਜਿਹੜੇ ਕਾਰਲ ਮਾਰਕਸ ਦੀ ਫਿਲਾਸਫੀ ਨੂੰ ਆਧਾਰ ਬਣਾ ਕੇ ਸਾਹਿਤ ਦੀ ਆਲੋਚਨਾ ਕਰਦੇ ਆ ਜਾਂ ਸਾਹਿਤ ਨੂੰ ਸਮਝਦੇ ਆ ਉਹਨਾਂ ਨੂੰ ਅਸੀਂ ਮਾਰਕਸਵਾਦੀ ਆਲੋਚਕ ਜਿਹੜੇ ਆ ਕਹਿ ਦਿੰਦੇ ਹਾਂ। ਤਾਂ ਜਦੋਂ ਅਧਿਆਪਨ ਕਾਰਜ ਦੇ ਵਿੱਚ ਸੀਗਾ ਹਰਭਜਨ ਹਲਵਾਰਵੀ ਤੇ ਉੱਥੇ ਹੀ ਉਹ ਮਾਰਕਸਵਾਦੀ ਜਿਹੜੀਆਂ ਵਿਚਾਰਧਾਰਾ ਵੱਲ ਚਲਾ ਗਿਆ। ਅਸਲ ਦੇ ਵਿੱਚ ਮਾਰਕਸਵਾਦੀ ਵਿਚਾਰਧਾਰਾ ਜਿਹੜੀ ਹੈ ਉਹ ਬੜੀ ਕਹਿ ਸਕਦੇ ਹਾਂ ਕਿ ਸਮਾਜਵਾਦ ਲਿਆਉਣ ਵਾਲੀ ਵਿਚਾਰਧਾਰਾ ਹੈ। ਉਸ ਵਿਚਾਰਧਾਰਾ ਦੇ ਮੁਤਾਬਕ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਆ, ਸਭ ਕੋਲੇ ਅਧਿਕਾਰ ਜਿਹੜੇ ਬਰਾਬਰ ਹੋਣੇ ਚਾਹੀਦੇ ਆ, ਸਭ ਨੂੰ ਪੜ੍ਹਨ ਲਿਖਣ ਦੀਆਂ ਲੋੜਾਂ ਜਿਹੜੀਆਂ ਪੜ੍ਹਨ ਲਿਖਣ ਦੀਆਂ ਸੁਵਿਧਾਵਾਂ ਜਿਹੜੀਆਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਤਾਂ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਪ੍ਰਣਾਈ ਹੋਈ ਹੈ ਮਾਰਕਸਵਾਦੀ ਵਿਚਾਰਧਾਰਾ ਤੇ ਉਹਦੀ ਕਵਿਤਾ ਦੇ ਵਿੱਚ ਵੀ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ। ਤੇ ਪੱਛਮੀ ਤੇ ਭਾਰਤੀ ਚਿੰਤਨ ਦਾ ਉਸਨੇ ਕਾਫੀ ਅਧਿਐਨ ਕੀਤਾ ਤੇ ਉਹਦੀ ਕਵਿਤਾ ਦੇ ਵਿੱਚ ਬਹੁਤ ਸਾਰੀ ਗਹਿਰਾਈ ਜਿਹੜੀ ਹੈ ਉਹ ਮਹਿਸੂਸ ਹੁੰਦੀ ਹੈ। ਤੇ ਉਹਦੀਆਂ ਪਹਿਲੀਆਂ ਜਿਹੜੀਆਂ ਕਵਿਤਾਵਾਂ ਸੀਗੀਆਂ ਉਹ ਪੰਜ ਦਰਿਆ ਲਹਿਰ ਦੇ ਪ੍ਰਭਾਵ ਪੰਜ ਦਰਿਆ ਤੇ ਪ੍ਰੀਤ ਲੜੀ ਇੱਕ ਜਿਹੜੇ ਮੈਗਜ਼ੀਨ ਸੀਗੇ ਪੰਜਾਬੀ ਦੇ ਰਸਾਲੇ ਸੀਗੇ ਉਹਨਾਂ ਦੇ ਵਿੱਚ ਛਪਦੀਆਂ ਰਹੀਆਂ। ਫਿਰ ਉਹਨੇ MSc ਮੈਥਮੈਟਿਕਸ ਕਰਦਿਆਂ 1966-68 ਦੇ ਵਿੱਚ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਇਸਦਾ ਸਰਗਰਮ ਮੈਂਬਰ ਰਿਹਾ। ਜਿਵੇਂ ਮੈਂ ਪਹਿਲਾਂ ਕਵੀਆਂ ਬਾਰੇ ਗੱਲ ਕੀਤੀ ਸੀ ਕਿ ਲਾਲ ਸਿੰਘ ਦਿਲ ਵੀ ਨਕਸਲਾਈਟ ਮੂਵਮੈਂਟ ਦਾ ਸਿਰਕੱਢ ਕਵੀ ਸੀਗਾ। ਇਸੇ ਤਰ੍ਹਾਂ ਅਵਤਾਰ ਪਾਸ਼ ਜਿਸਨੂੰ ਅਸੀਂ ਅੱਗੇ ਜਾ ਕੇ ਪੜ੍ਹਨਾ ਹੈ ਉਹ ਵੀ ਇਸ ਨਕਸਲਾਈਟ ਮੂਵਮੈਂਟ ਦਾ ਸਰਗਰਮ ਮੈਂਬਰ ਸੀਗਾ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਕਵੀਆਂ ਦੇ ਵਾਂਗ ਹਰਭਜਨ ਹਲਵਾਰਵੀ ਵੀ ਨਕਸਲਾਈਟ ਮੂਵਮੈਂਟ ਦੇ ਪ੍ਰਭਾਵ ਦੇ ਵਿੱਚ ਆਇਆ। ਤੇ ਇਹ ਜਿਹੜੀ ਨਕਸਲਾਈਟ ਮੂਵਮੈਂਟ ਸੀਗੀ ਜਿਵੇਂ ਮੈਂ ਦੱਸਿਆ ਕਿ 1968-69 ਤੋਂ ਸ਼ੁਰੂ ਹੋਈ, ਪੀਕ ਤੇ ਪਹੁੰਚੀ 1971-72 ਦੇ ਵਿੱਚ ਲਹਿਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਦਬਾ ਦਿੱਤੀ ਗਈ। ਤੇ ਇਸ ਨਕਸਲਾਈਟ ਮੂਵਮੈਂਟ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ। ਜਿਵੇਂ ਲਾਲ ਸਿੰਘ ਦਿਲ ਸੀਗਾ ਉਹਨੂੰ ਅਧਿਆਪਕ ਕਾਰਜ ਦੀ ਨੌਕਰੀ ਜਿਹੜੀ ਆ ਛੱਡ ਕੇ ਉਹਨੂੰ ਜਿਹੜਾ ਹੈਗਾ ਆਪਣਾ ਧਰਮ ਬਦਲ ਕੇ ਵੀ ਰਹਿਣਾ ਪਿਆ UP ਦੇ ਵਿੱਚ। ਫਿਰ ਉਹ ਅਖੀਰ ਤੱਕ ਉਹ ਆਪਣਾ ਜਿਹੜਾ ਹੈਗਾ ਮੁਸਲਿਮ ਧਰਮ ਦੇ ਵਿੱਚ ਹੀ ਉਹ ਰਿਹਾ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਯਾਚਨਾਵਾਂ ਜਿਹੜੀਆਂ ਨਕਸਲਾਈਟ ਮੂਵਮੈਂਟ ਦੇ ਜਿਹੜੇ ਯੋਧੇ ਸੀਗੇ ਉਹਨਾਂ ਨੂੰ ਝੱਲਣੀਆਂ ਪਈਆਂ। ਤੇ 1977 ਦੇ ਵਿੱਚ ਉਹਨੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ MA ਪੰਜਾਬੀ ਕੀਤੀ ਤੇ ਇਹਦੇ ਪਿੱਛੋਂ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਤੇ ਫਿਰ ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਦੇ ਵਿੱਚ ਨੌਕਰੀ ਵੀ ਕੀਤੀ। ਤੇ 1978 ਦੇ ਵਿੱਚ ਉਹ ਪੰਜਾਬੀ ਟ੍ਰਿਬਿਊਨ ਦਾ ਸਹਿ ਸੰਪਾਦਕ ਬਣ ਗਿਆ
ਤੇ ਇੱਥੋਂ ਹੀ ਉਹ ਸੇਵਾ ਮੁਕਤ ਹੋਇਆ। ਤੇ ਇਸ ਮਹਾਨ ਸਾਹਿਤਕਾਰ ਦਾ, ਮਹਾਨ ਕਵੀ ਦਾ ਜਿਹੜਾ ਹੈ 22 ਅਕਤੂਬਰ 2003 ਨੂੰ ਦੇਹਾਂਤ ਹੋ ਜਾਂਦਾ ਔਰ ਸਾਨੂੰ ਇਹ ਸਦੀਵੀ ਵਿਛੋੜਾ ਦੇ ਜਾਂਦਾ। ਤੇ ਜਿੱਥੋਂ ਤੱਕ ਹਰਭਜਨ ਹਲਵਾਰਵੀ ਦੇ ਕਾਵ ਸੰਗ੍ਰਹਿਾਂ ਦੀ ਗੱਲ ਹੈ ਤਾਂ ਉਸਨੇ ਪੰਜਾਬੀ ਸਾਹਿਤ ਨੂੰ ਜਿਹੜੇ ਕਾਵ ਸੰਗ੍ਰਹਿ ਦਿੱਤੇ ਉਹਨਾਂ ਦੇ ਵਿੱਚ ਪੌਣ ਉਦਾਸ ਹੈ, ਪਿਘਲੇ ਹੋਏ ਪਲ, ਪੰਖ ਵਿਹੂਣਾ, ਪੁਲਾਂ ਤੋਂ ਪਾਰ ਅਤੇ ਪਹਿਲੇ ਪੰਨੇ। ਤੇ ਇਸ ਤੋਂ ਇਲਾਵਾ ਉਸਨੇ 2 ਸਫ਼ਰਨਾਮੇ ਵੀ ਰਚੇ ਜਿਨ੍ਹਾਂ ਦੇ ਨਾਂ ਸੀਗੇ ਚੀਨ ਵਿੱਚ ਕੁਝ ਦਿਨ ਅਤੇ ਯਾਦਾਂ ਮਿੱਤਰ ਦੇਸ਼ ਦੀਆਂ। ਇਸ ਦੇ ਨਾਲ ਹੀ ਉਹਨੇ ਦਾਸਤੋਵਸਕੀ ਇੱਕ ਰਾਈਟਰ ਹੈ ਰਸ਼ੀਆ ਦਾ, ਰੂਸ ਦਾ, ਤਾਂ ਉਸਦਾ ਦਾਸਤੋਵਸਕੀ ਦਾ ਇੱਕ ਰੂਸੀ ਨਾਵਲ ਸੀ ਮੋਸਟ ਅਨਫੋਰਚੂਨੇਟ, ਉਹਦਾ ਪੰਜਾਬੀ ਅਨੁਵਾਦ ਜਿਹੜਾ ਹੈ ਉਹ ਚਿੜੀਆਂ ਦੀ ਮੌਤ ਦੇ ਨਾਂ ਹੇਠ ਹਰਭਜਨ ਹਲਵਾਰਵੀ ਨੇ ਕੀਤਾ। ਤੇ ਆਧੁਨਿਕ ਪੰਜਾਬੀ ਕਵਿਤਾ ਪੁਸਤਕ ਦੇ ਜਿਹੜੇ ਸੰਪਾਦਕ ਹੈ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਹਵਾਲੇ ਨਾਲ ਦੱਸਦੇ ਆ ਕਿ ਉਹ ਯਾਨੀ ਹਰਭਜਨ ਹਲਵਾਰਵੀ ਵਿੱਚ ਅਸਧਾਰਨ ਕੋਮਲਤਾ, ਸੰਵੇਦਨਸ਼ੀਲਤਾ ਤੇ ਬੇਹੱਦ ਪ੍ਰਤਿਭਾ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਇਹ ਧਾਰਨਾ ਉਸਦੀਆਂ ਨਜ਼ਮਾਂ, ਉਸਦੀਆਂ ਗਜ਼ਲਾਂ ਤੇ ਗੀਤ ਪੜ੍ਹ ਕੇ ਸਾਬਤ ਹੋ ਜਾਂਦੀ ਹੈ। ਉਸਦੀ ਇੱਕ ਖੂਬਸੂਰਤ ਰਚਨਾ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ। ਤੇਰੀ ਤੇਹ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਤੇਰੀ ਤੇਹ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਸੋ ਆਪਣੀ ਕਾਵ ਰਚਨਾ ਬਦਲੇ ਹਲਵਾਰਵੀ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਹਾਸਲ ਹੋਏ। ਉਸਨੂੰ ਪੁਲਾਂ ਤੋਂ ਪਾਰ ਕਾਵ ਸੰਗ੍ਰਹਿ ਬਦਲੇ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ। ਤਾਂ ਇਹ ਸੀ ਕੁਝ ਗੱਲਾਂ ਉਸਦੇ ਜੀਵਨ ਬਾਰੇ, ਉਸਦੇ ਕਾਵ ਸੰਗ੍ਰਹਿਾਂ ਬਾਰੇ। ਹੁਣ ਅਸੀਂ ਚੱਲਦੇ ਹਾਂ ਉਸਦੀਆਂ ਜੋ ਕਵਿਤਾਵਾਂ ਤੁਹਾਡੇ ਸਿਲੇਬਸ 'ਚ ਅੰਕਿਤ ਨੇ। ਪਹਿਲੀ ਕਵਿਤਾ ਹੈ ਰੋਹ ਦੇ ਸੁਨੇਹੇ। ਰੋਹ ਕੀ ਹੁੰਦਾ? ਸੰਘਰਸ਼। ਰੋਹ ਦੇ ਸੁਨੇਹੇ। ਫੇਰ ਦਮਾਮਾ ਯੁੱਧ ਦਾ ਵੱਜਿਆ, ਗੱਜੀਏ ਰਣ ਵਿੱਚ ਖੜ ਕੇ, ਹੱਕ ਤੇ ਇਨਸਾਫ ਦੀ ਖਾਤਰ ਹੱਥ ਭਗੌਤੀ ਫੜ ਕੇ, ਉਹ ਜੰਮਣਾ ਵੀ ਕਾਹਦਾ ਜੰਮਣਾ, ਉਹ ਜੀਣਾ ਕੀ ਜੀਣਾ, ਜੇ ਨਾ ਖਾਵੇ ਲਹੂ ਉਬਾਲਾ, ਜੇ ਨਾ ਡੋਲੇ ਫਰਕੇ। ਤਾਂ ਇਹ ਕਾਵ ਸਤਰਾਂ ਜਿਹੜੀਆਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚੋਂ ਹਰਭਜਨ ਹਲਵਾਰਵੀ ਦੀ ਕਵਿਤਾ ਰੋਹ ਦੇ ਸੁਨੇਹੇ ਵਿੱਚੋਂ ਲਈਆਂ ਗਈਆਂ। ਤੇ ਇਹ ਇੱਕ ਜੁਝਾਰਵਾਦੀ ਭਾਵਾਂ ਨਾਲ ਭਰੀ ਹੋਈ ਕਵਿਤਾ ਹੈ। ਇਹਦੇ ਵਿੱਚ ਕਵੀ ਹੱਕਾਂ ਦੀ ਲੜਾਈ ਦੇ ਆਰੰਭ ਹੋਣ ਤੇ ਇਸ ਨੂੰ ਮਗਦੀ ਰੱਖਣ ਤੇ ਅੰਤ ਵਿੱਚ ਇਸ ਦੀ ਜਿੱਤ ਵਿੱਚ ਵਿਸ਼ਵਾਸ ਦੀ ਗੱਲ ਜਿਹੜੀ ਹੈ ਉਹ ਪੇਸ਼ ਕਰਦਾ ਹੈ। ਤਾਂ ਹਲਵਾਰਵੀ ਕੀ ਕਹਿੰਦਾ ਹੈ ਕਿ ਹੱਕਾਂ ਦੇ ਯੁੱਧ ਦਾ ਢੋਲ ਵੱਜ ਗਿਆ ਹੈ, ਸਾਨੂੰ ਇਸ ਵਿੱਚ ਹਿੱਸਾ ਲੈਣ ਲਈ ਮੈਦਾਨ 'ਚ ਖੜੇ ਹੋ ਕੇ ਗੱਜਣਾ ਚਾਹੀਦਾ ਹੈ, ਸਾਨੂੰ ਹੱਥ 'ਚ ਭਗੌਤੀ ਫੜ ਕੇ ਹੱਕ ਤੇ ਇਨਸਾਫ ਦੀ ਜੰਗ ਲੜਨੀ ਚਾਹੀਦੀ ਹੈ। ਉਹ ਬੰਦੇ ਦਾ ਜੰਮਣਾ ਕਾਹਦਾ ਜੰਮਣਾ ਹੈ ਤੇ ਉਸਦਾ ਜਿਉਣਾ ਕੀ ਜਿਉਣਾ ਹੈ, ਜੇਕਰ ਧੱਕੇ ਤੇ ਬੇਇਨਸਾਫੀ ਦੇ ਖਿਲਾਫ ਛਿੜੇ ਯੁੱਧ 'ਚ ਹਿੱਸਾ ਲੈਣ ਲਈ ਉਹਦਾ ਖੂਨ ਉਬਾਲੇ ਨਹੀਂ ਖਾਂਦਾ। ਤੁਸੀਂ ਦੇਖੋ ਕਿ ਜਿਸ ਵੇਲੇ ਇਹ ਕਵਿਤਾ ਹਰਭਜਨ ਹਲਵਾਰਵੀ ਨੇ ਲਿਖੀ ਉਸ ਵੇਲੇ ਇਹਦੀ ਕਿੰਨੀ ਕੁ ਮਹੱਤਤਾ ਹੋਏਗੀ। ਲੇਕਿਨ ਜਦੋਂ ਅਸੀਂ ਇਸ ਕਵਿਤਾ ਨੂੰ ਅੱਜ ਦੇ ਕਿਸਾਨੀ ਅੰਦੋਲਨ ਦੇ ਨਾਲ, ਅੱਜ ਦਾ ਜਿਹੜਾ ਦਿੱਲੀ ਦੇ ਵਿੱਚ ਜਨ ਅੰਦੋਲਨ ਚੱਲ ਰਿਹਾ ਹੈ ਉਹਦੇ ਸੰਦਰਭ 'ਚ ਅਸੀਂ ਦੇਖਦੇ ਹਾਂ ਤਾਂ ਇਹ ਕਵਿਤਾ ਅੱਜ ਵੀ ਸਾਨੂੰ ਮਹੱਤਵਪੂਰਨ ਜਾਪਦੀ ਹੈ ਔਰ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਜ਼ੁਲਮ ਦੇ ਖਿਲਾਫ ਸੰਘਰਸ਼ ਦੇ ਵਿੱਚ ਡਟ ਕੇ ਹਿੱਸਾ ਪਾਉਣਾ ਚਾਹੀਦਾ। ਕਿਉਂ ਦਰ-ਦਰ ਤੇ ਅਲਖ ਜਗਾਈਏ, ਅਸੀਂ ਨਾ ਕੋਈ ਭਿਖਾਰੀ, ਖੋਹ ਲੈਣੇ ਨੇ ਕਣਕ ਦੇ ਸਿੱਟੇ, ਨਾਲ ਵੈਰੀਆਂ ਲੜਕੇ, ਕੀ ਹੋਇਆ ਕੁਝ ਤਾਰੇ ਟੁੱਟੇ, ਮਗਦੇ ਹੋਰ ਹਜ਼ਾਰਾਂ, ਜਿੰਨਾ ਚਿਰ ਹਨੇਰਾ ਮਿਟਣਾ, ਸੂਰਜ ਨੂੰ ਨਾ ਤੜਕੇ। ਅੱਗੇ ਕੀ ਕਹਿੰਦਾ ਹੈ ਕਿ ਸਾਨੂੰ ਐਵੇਂ ਦਰ ਤੇ ਜਾ ਕੇ ਜਿਹੜੀ ਅਲਖ ਨਹੀਂ ਜਗਾਉਣੀ ਚਾਹੀਦੀ। ਅਸੀਂ ਕੋਈ ਭਿਖਾਰੀ ਨਹੀਂ ਆ, ਅਸੀਂ ਤਾਂ ਵੈਰੀਆਂ ਨਾਲ ਲੜ ਕੇ ਕਣਕ ਦੇ ਸਿੱਟੇ ਖੋਹਣੇ ਚਾਹੁੰਦੇ ਆ। ਕੀ ਹੋਇਆ ਕੁਝ ਤਾਰੇ ਟੁੱਟ ਗਏ ਆ, ਭਾਵ ਸਾਡੇ 'ਚ ਕੁਝ ਸਾਥੀ ਜਿਹੜੇ ਆ ਮਾਰੇ ਗਏ ਆ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ। ਅਸਮਾਨ ਦੇ ਜਿਹੜੇ ਬਚੇ ਹੋਏ ਹਜ਼ਾਰਾਂ ਤਾਰੇ ਆ ਉਹਨਾਂ ਦੀ ਤਰ੍ਹਾਂ ਸਾਡੇ ਸਾਥੀਆਂ ਦੀ ਗਿਣਤੀ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਉਹ ਹਨੇਰਿਆਂ ਨੂੰ ਚੀਰ ਕੇ ਸਵੇਰੇ ਚਮਕਦੇ ਸੂਰਜ ਨੂੰ ਜਾ ਮਿਲਣਗੇ। ਇਸ ਪ੍ਰਕਾਰ ਅੰਤ ਨੂੰ ਜਿੱਤ ਉਹਨਾਂ ਦੀ ਹੋਵੇਗੀ, ਭਾਵ ਸਾਡੀ ਹੋਵੇਗੀ। ਪੌਣਪੁਰੇ ਦੀ ਲੈ ਕੇ ਆਈ ਰੋਹ ਦੇ ਨਵੇਂ ਸੁਨੇਹੇ, ਸਾਹਮਣਾ ਹੋਣੇ ਕੱਖਾਂ ਤੋਂ ਜੋ ਛੋਲੇ ਅੱਜ ਨੇ ਭੜਕੇ। ਉਹ ਕਹਿੰਦਾ ਕਿ ਪੁਰੇ ਦੀ ਪੌਣ
ਰੋਹ ਦੇ ਨਵੇਂ ਸੁਨੇਹੇ ਲੈ ਕੇ ਆਈ ਹੈ। ਇਸ ਦੇ ਪ੍ਰਭਾਵ ਨਾਲ ਕਿਰਤੀ ਕਿਸਾਨ ਰੂਪੀ ਕੱਖਾ ਕਾਨਿਆਂ 'ਚ ਭੜਕੇ ਚੰਗਿਆੜੇ ਕਾਬੂ 'ਚ ਨਹੀਂ ਰਹਿਣੇ ਤੇ ਉਹ ਸ਼ੋਸ਼ਕ ਵਰਗ ਦੀਆਂ ਸਭ ਚਾਲਾਂ ਨੂੰ ਫੇਲ ਕਰ ਦੇਣਗੇ, ਜਿਵੇਂ ਕਿ ਦਿੱਲੀ ਦੇ ਵਿੱਚ ਹੁਣ ਸਾਰੇ ਡਟੇ ਪਏ ਹੈ। ਸੋ ਇਹ ਸੀ ਕਵਿਤਾ ਰੋਹ ਦੇ ਸੁਨੇਹੇ, ਹਰਭਜਨ ਹਲਵਾਰਵੀ ਦੀ ਲਿਖੀ ਹੋਈ। ਅਗਲੀ ਕਵਿਤਾ ਕਦੇ ਇਹ ਜਿੰਦੜੀ, ਦੂਜੀ ਕਵਿਤਾ ਦਾ ਅਨੁਮਾਨ ਹੈ ਕਦੇ ਇਹ ਜਿੰਦੜੀ। ਕਦੇ ਇਹ ਜਿੰਦੜੀ ਪਰਬਤ ਹੁੰਦੀ, ਕਦੇ ਬਣੇ ਜਲ ਧਾਰਾ, ਕਦੇ ਤਾਂ ਵਣ ਫਿਰੇ ਭਟਕਦੀ, ਦਿਸੇ ਨਾ ਕੋਈ ਕਿਨਾਰਾ। ਸਿਖਰ ਦੁਪਹਿਰੇ ਕੱਲੇ ਰੁੱਖ ਤੇ ਇੱਕ ਪੰਛੀ ਕੁਰਲਾਵੇ, ਆਪੇ ਦਰਦ ਕਹਾਣੀ ਆਖੇ, ਆਪੇ ਭਰੇ ਹੁੰਗਾਰਾ। ਇਹ ਕਾਵਿ ਸਤਰਾਂ ਜਿਹੜੀਆਂ ਤੁਹਾਡੀ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ 'ਚ ਦਰਜ ਹਰਭਜਨ ਹਲਵਾਰਵੀ ਦੀ ਕਵਿਤਾ ਕਦੇ ਇਹ ਜਿੰਦੜੀ ਵਿੱਚੋਂ ਲਈਆਂ ਗਈਆਂ ਤੇ ਇਹ ਇੱਕ ਮੁਸਲਸਲ ਗਜ਼ਲ ਹੈ। ਮੁਸਲਸਲ ਗਜ਼ਲ ਬਾਰੇ ਤੁਹਾਨੂੰ ਪਹਿਲਾਂ ਮੈਂ ਗਜ਼ਲ ਕਾਵਿ ਰੂਪ ਬਾਰੇ ਦੱਸ ਚੁੱਕਿਆ। ਇਹਦੇ 'ਚ ਮਨੁੱਖੀ ਜ਼ਿੰਦਗੀ ਦੀ ਭਟਕਣ ਨੂੰ ਇੱਕ ਕੇਂਦਰ ਬਿੰਦੂ 'ਚ ਰੱਖ ਕੇ ਇਹਦੇ ਭਿੰਨ ਭਿੰਨ ਰੰਗਾਂ ਦਾ ਜਿਹੜਾ ਕਵੀ ਜ਼ਿਕਰ ਕਰਦਾ ਹੈ। ਉਹ ਕਹਿੰਦਾ ਹੈ ਕਿ ਜ਼ਿੰਦੜੀ ਕਦੇ ਪਰਬਤ ਹੁੰਦੀ ਹੈ ਤੇ ਕਦੇ ਜਲ ਧਾਰਾ ਵਰਗੀ ਹੁੰਦੀ ਹੈ, ਪਾਣੀ ਵਰਗੀ ਹੁੰਦੀ ਹੈ। ਕਦੇ ਜੰਗਲ ਜੰਗਲ ਭਟਕਦੀ ਫਿਰਦੀ ਹੈ, ਪਰੰਤੂ ਇਸਨੂੰ ਕੋਈ ਕਿਨਾਰਾ ਨਹੀਂ ਮਿਲਦਾ। ਅੱਗੇ ਉਹ ਕੀ ਕਹਿੰਦਾ ਹੈ ਕਿ ਇਸ ਜ਼ਿੰਦਗੀ ਦੀ ਹਾਲਤ ਕਦੇ ਇਕੱਲੇ ਰੁੱਖ ਉੱਤੇ ਕੁਰਲਾਰੇ ਪੰਛੀ ਵਰਗੀ ਹੁੰਦੀ ਹੈ ਕਿ ਆਪੇ ਹੀ ਆਪਣੀ ਦਰਦ ਕਹਾਣੀ ਕਹਿ ਰਿਹਾ ਹੁੰਦਾ ਤੇ ਆਪੇ ਹੀ ਹੁੰਗਾਰਾ ਭਰ ਰਿਹਾ ਹੁੰਦਾ। ਉਸ ਦਾ ਦੁੱਖ ਮਨਾਉਣ ਵਾਲਾ ਕੋਈ ਵੀ ਜਿਹੜਾ ਹਾਜ਼ਰ ਨਹੀਂ ਹੁੰਦਾ। ਨਾ ਧਰਤੀ ਹਰਿਆਵਲ ਉੱਗੀ, ਨਾ ਅੰਬਰ ਲਿਸ਼ਕੋਰਾ, ਮੇਰੀ ਹੱਥੋਂ ਹੰਝੂ ਕਿਰਿਆ, ਤੇਰੀ ਅੱਖੋਂ ਤਾਰਾ। ਗੁਲਮੋਹਰਾਂ ਦੀ ਜੋਬਨ ਰੁੱਤੇ ਜਦੋਂ ਤੁਰੇ ਸਾਂ ਇਕੱਠੇ, ਉਹ ਪਲ ਹੱਥੋਂ ਤਿਲਕ ਗਏ ਨੇ ਜਿਵੇਂ ਤਲੀ ਤੋਂ ਪਾਰਾ। ਉਹ ਕਹਿੰਦਾ ਕਿ ਨਾ ਧਰਤੀ ਉੱਤੇ ਹਰਿਆਵਲ ਉੱਗੀ ਹੈ ਤੇ ਨਾ ਹੀ ਅੰਬਰ ਉੱਤੇ ਕੋਈ ਲਿਸ਼ਕੋਰਾਂ ਪਈਆਂ, ਕੋਈ ਚਾਨਣੀਆਂ ਪਈਆਂ, ਜਦਕਿ ਮੇਰੀ ਅੱਖ ਚੋਂ ਹੰਝੂ ਕਿਰਿਆ ਤੇ ਤੇਰੀ ਅੱਖ ਚੋਂ ਤਾਰਾ ਕਿਰਿਆ। ਤਾਂ ਉਹ ਕਹਿੰਦਾ ਕਿ ਗੁਲਮੋਹਰਾਂ ਦੇ ਫੁੱਲ ਖਿੜਨ ਲਈ ਜੋਬਨ ਰੁੱਤ ਵਿੱਚ ਜਦੋਂ ਅਸੀਂ ਦੋਵੇਂ ਇਕੱਠੇ ਤੁਰੇ ਸਾਂ, ਉਹ ਪਲ ਹੱਥਾਂ ਵਿੱਚੋਂ ਤਿਲਕ ਕੇ ਇਸ ਤਰ੍ਹਾਂ ਨਿਕਲ ਗਏ ਹਨ ਜਿਸ ਤਰ੍ਹਾਂ ਤਲੀ ਚੋਂ ਪਾਰਾ ਤਿਲਕ ਜਾਂਦਾ ਹੈ। ਭਾਵਨਾ ਲਈ ਮੁੜ ਕੇ ਇਕੱਠੇ ਹੋਣ ਦੇ ਪਲ ਜਿਹੜੇ ਆ ਉਹ ਨਹੀਂ ਆਏ। ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਜਿਹੜੀਆਂ ਸਤਰਾਂ ਮੈਂ ਪਹਿਲਾਂ ਵੀ ਤੁਹਾਨੂੰ ਪੜ੍ਹ ਕੇ ਸੁਣਾਈਆਂ ਨੇ। ਤੇਰੀ ਤੇ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ, ਬਸ ਐਵੇਂ ਹੀ ਪਿਘਲ ਗਿਆ ਸਾਂ ਮੈਂ ਸਾਰੇ ਦਾ ਸਾਰਾ। ਹਾੜ ਸਿਆਲ ਸੌਣ ਵੀ ਲੰਘੇ, ਪਤਝੜ ਅਤੇ ਬਹਾਰਾਂ, ਕਿਹੜੇ ਮੌਸਮ ਨੂੰ ਮੁੜ ਆਉਣਾ ਇੰਨਾ ਤਾਂ ਦੱਸ ਯਾਰਾ। ਚੱਲ ਮਨਾ ਇੱਥੋਂ ਵੀ ਚਲੀਏ, ਧਰਤ ਨਵੀਂ ਕੋਈ ਗਾਈਏ, ਜਾਪੇ ਇਹ ਵੀ ਤੰਗ ਚੁਗਿਰਦਾ, ਰਾਸ ਨਾ ਆਇਆ ਸਾਰਾ। ਉਹ ਕਹਿੰਦਾ ਹੈ ਕਿ ਤੇਰੀ ਤੇ ਦੀ ਹੱਦ ਤਾਂ ਇੱਕ ਦੋ ਬੂੰਦਾਂ ਪਾਣੀ ਹੀ ਸੀ, ਮੈਂ ਤਾਂ ਬਸ ਐਵੇਂ ਹੀ ਸਾਰੇ ਦਾ ਸਾਰਾ ਪਿਘਲ ਗਿਆ ਸਾਂ। ਤਾਂ ਕਵੀ ਕਹਿੰਦਾ ਕਿ ਹਾੜ ਸਿਆਲ ਸੌਣ ਪਤਝੜ ਤੇ ਬਹਾਰਾਂ ਸਭ ਲੰਘ ਗਈਆਂ ਹਨ, ਪਰ ਯਾਰਾ ਤੂੰ ਤਾਂ ਇਹ ਦੱਸ ਦੇ ਤੂੰ ਕਿਹੜੇ ਮੌਸਮ ਵਿੱਚ ਆਉਣਾ ਹੈ। ਅੱਗੇ ਉਹ ਕਹਿੰਦਾ ਮਨਾ ਚੱਲ ਇੱਥੋਂ ਵੀ ਚੱਲ ਪਈਏ, ਕੋਈ ਨਵੀਂ ਧਰਤੀ ਗਾਈਏ, ਮੈਨੂੰ ਜਾਪਦਾ ਹੈ ਕਿ ਤੇਰਾ ਇਹ ਚੁਗਿਰਦਾ ਵੀ ਤੇਰੇ ਰਾਸ ਜਿਹੜਾ ਆਉਣ ਵਾਲਾ ਨਹੀਂ ਹੈ। ਸੋ ਇਹ ਸੀ ਹਰਭਜਨ ਹਲਵਾਰਵੀ ਦੀ ਇਹ ਰਚਨਾ ਕਦੇ ਇਹ ਜਿੰਦੜੀ। ਇਹਨਾਂ ਦੋ ਕਵਿਤਾਵਾਂ ਦੇ ਆਧਾਰ ਤੇ ਤੁਹਾਨੂੰ ਤੁਹਾਡੇ ਸਿਲੇਬਸ ਦੇ ਵਿੱਚ ਪ੍ਰਸ਼ਨ ਪੁੱਛੇ ਜਾ ਸਕਦੇ ਆ ਔਰ ਇਹਨਾਂ ਦੋ ਕਵਿਤਾਵਾਂ ਦੇ ਆਧਾਰ ਤੇ ਹੀ ਤੁਸੀਂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ। ਆਪਾਂ ਹਰਭਜਨ ਹਲਵਾਰਵੀ ਦੀ ਜ਼ਿੰਦਗੀ ਬਾਰੇ, ਉਹਦੀ ਕਾਵਿ ਘਾਲਣਾ ਬਾਰੇ, ਉਸਦੇ ਨਕਸਲਾਈਟ ਮੂਵਮੈਂਟ 'ਚ ਪਾਏ ਯੋਗਦਾਨ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਹਰਭਜਨ ਹਲਵਾਰਵੀ ਦਾ ਇਹ ਕਾਵਿਪਣ, ਉਸਦੀਆਂ ਕਵਿਤਾਵਾਂ ਪਸੰਦ ਆਈਆਂ ਹੋਣਗੀਆਂ। ਮਿਲਦੇ ਹਾਂ ਅਗਲੇ ਕਿਸੇ ਲੈਕਚਰ ਦੇ ਵਿੱਚ ਕਿਸੇ ਨਵੇਂ ਕਵੀ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।